ਨehemiah ਦੀ ਕਿਤਾਬ ਉਹਦਾ 8ਵਾਂ ਬਾਬ ਤੇ ਉਹਦੀ 10ਵੀਂ ਆਇਤ ਅਸੀਂ खुदावंद ਦੇ कलाम ਚ पढ़ांगे और ਇਹਦੇ ਚ लिखिया है और तुम उदास मत हो क्योंकि खुदावंद की शादमानी तुम्हारी पनाहगाह है। तुम उदास मत हो क्योंकि खुदावंद की शादमानी तुम्हारी पनाहगाह है। ਸਾਡੇ ਆਸੇ-ਪਾਸੇ ਬੇਸ਼ੁਮਾਰ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਉਦਾਸ ਕਰ ਦਿੰਦੀਆਂ। ਕਈ ਦਫਾ ਅਸੀਂ ਅੱਛੇ ਘਰ 'ਚ ਰਹਿਣ ਦੀ ਖਾਹਿਸ਼ ਕਰਨੇ ਆ ਤੇ ਘਰ ਅੱਛਾ ਨਹੀਂ ਹੁੰਦਾ। ਅਸੀਂ ਸੋਚਦੇ ਆ ਸਾਡਾ ਘਰ ਵੱਡਾ ਹੋਏ, ਬੱਚੇ ਉਹਦੇ 'ਚ ਖੇਲਣ, ਖੁਸ਼ੀ ਨਾਲ ਰਹਿਣ, ਕੋਈ ਜੀ ਆਏ ਅਸੀਂ ਉਹਨੂੰ ਚੱਜ ਨਾਲ ਬਾ ਸਕੀਏ। ਖਾਸ ਤੌਰ ਤੇ ਔਰਤਾਂ ਦੇ ਇਹ ਖਿਆਲ ਹੁੰਦੇ ਨੇ ਕਿਉਂਕਿ ਉਹ ਘਰ 'ਚ ਹੁੰਦੀਆਂ ਨੇ। ਉਹਨਾਂ ਦੀ ਇਹ ਸੋਚ ਹੁੰਦੀ ਹੈ ਕਿ ਵੀ ਸਾਡਾ ਘਰ ਅੱਛਾ ਘਰ ਹੋਏ, ਸਾਫ ਸੁਥਰਾ, ਨੀਟ ਐਂਡ ਕਲੀਨ, ਟਾਇਲਾਂ ਲੱਗੀਆਂ ਹੋਣ, ਕਾਰਪੇਟ ਵਿਛੇ ਹੋਣ, ਇਸ ਤਰ੍ਹਾਂ ਦੀਆਂ। ਜਦੋਂ ਇਹ ਨਹੀਂ ਹੋ ਪਾਉਂਦਾ ਔਰ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਗੁਜ਼ਰ ਜਾਂਦਾ ਤੇ ਫਿਰ ਅਸੀਂ ਉਦਾਸ ਹੁੰਦੇ ਹਾਂ। ਬੰਦਾ ਸੋਚਦਾ ਕਿ ਮੈਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਾਂਗਾ, ਮਿਹਨਤ ਕਰਦਾ, ਇੱਟਾਂ ਸੁੱਟਦਾ, ਉੱਤੇ 1000 ਇੱਟ ਸੁੱਟਦਾ ਤੇ ਉਹਨੂੰ 700 ਰੁਪਈਆ ਲੱਭਦਾ। ਘਰ ਆਉਂਦਾ ਜਦੋਂ ਤੇ ਬੱਚਿਆਂ ਦੀ ਰੋਟੀ ਵੀ ਪੂਰੀ ਨਹੀਂ ਹੁੰਦੀ, ਉਹਦੀ ਉਦਾਸ ਹੁੰਦਾ। ਇੱਕ ਜਵਾਨ ਜਦੋਂ ਸੋਚਦਾ ਕਿ ਮੇਰਾ ਪਿਓ ਬੁੱਢਾ ਹੋ ਗਿਆ, ਮੈਂ ਇਹਦਾ ਇਲਾਜ ਨਹੀਂ ਕਰਵਾ ਸਕਦਾ, ਮੈਨੂੰ ਨੌਕਰੀ ਨਹੀਂ ਲੱਭ ਰਹੀ, ਉਦਾਸ ਹੁੰਦਾ। ਬੇਸ਼ੁਮਾਰ ਚੀਜ਼ਾਂ ਨੇ ਜਿਹੜੀਆਂ ਸਾਨੂੰ ਉਦਾਸ ਕਰ ਦਿੰਦੀਆਂ, ਸਾਨੂੰ ਡਿਸਟਰਬ ਕਰ ਦਿੰਦੀਆਂ, ਸਾਨੂੰ ਪਰੇਸ਼ਾਨ ਕਰ ਦਿੰਦੀਆਂ, ਸਾਨੂੰ ਨਾਉਮੀਦ ਕਰ ਦਿੰਦੀਆਂ। ਅਸੀਂ ਸੋਚਦੇ ਹਾਂ ਇਹ ਮੇਰੀ ਜ਼ਿੰਦਗੀ ਕਿਸ ਪਾਸੇ ਟੁਰ ਪਈ ਹੈ, ਮੈਂ ਕੁਝ ਵੀ ਨਹੀਂ ਕਰ ਪਾ ਰਿਹਾ, ਨਾ ਆਪਣੇ ਘਰ ਵਾਲਿਆਂ ਲਈ, ਨਾ ਆਪਣੇ ਆਪ ਲਈ, ਨਾ ਚਰਚ ਲਈ। ਮੈਂ ਖੁਦਾਵੰਦ ਤੋਂ ਵੀ ਦੂਰ ਹਾਂ, ਮੇਰੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਸ਼ਾਦਮਾਨੀ ਨਹੀਂ। ਲੇਕਿਨ ਉਹ ਕਹਿੰਦਾ ਹੈ ਕਿ ਖੁਦਾਵੰਦ ਦੀ ਸ਼ਾਦਮਾਨੀ ਤੁਹਾਡੀ ਪਨਾਹਗਾਹ ਹੈ। ਸਾਨੂੰ ਉਦਾਸੀ ਤੋਂ, ਮਾਯੂਸੀ ਤੋਂ, ਨਾਉਮੀਦੀ ਤੋਂ, ਤਬਾਹੀ ਤੋਂ, ਬੇਚੈਨੀ ਤੋਂ, ਫਰਸਟ੍ਰੇਸ਼ਨ ਤੋਂ, ਗੁਨਾਹ ਤੋਂ ਅਗਰ ਕੋਈ ਚੀਜ਼ ਬਚਾ ਸਕਦੀ ਤਾਂ ਖੁਦਾ ਹੈ। ਖੁਦਾ ਸਾਡੀ ਪਨਾਹਗਾਹ ਹੈ। ਤੇ ਜਦੋਂ ਅਸੀਂ ਖੁਦਾਵੰਦ 'ਚ ਆ ਜਾਂਦੇ ਹਾਂ, ਹਾਲਾਤ ਉਹੀ ਰਹਿੰਦੇ ਨੇ, ਅਸੀਂ ਬਦਲ ਜਾਂਦੇ। ਜਦੋਂ ਅਸੀਂ ਬਦਲ ਗਏ ਤੇ ਹਾਲਾਤ ਵੀ ਬਦਲ ਗਏ। ਫਰਕ ਹੈ ਨਾ। ਠੰਡ ਹੈਗੀ ਹੈ ਬਾਹਰ, ਜਦੋਂ ਅਸੀਂ ਸਵੈਟਰ ਪਾ ਲਿਆ, ਜੈਕਟ ਪਾ ਲਈ, ਦਸਤਾਨੇ ਪਾ ਲਏ ਤੇ ਅਸੀਂ ਜਾ ਸਕਨੇ ਹਾਂ ਠੰਡ 'ਚ। ਲੇਕਿਨ ਅਗਰ ਸਾਡੇ ਕੋਲ ਦਸਤਾਨੇ ਨਹੀਂ, ਅਗਰ ਸਾਡੇ ਕੋਲ ਸਵੈਟਰ ਨਹੀਂ, ਅਗਰ ਸਾਡੇ ਕੋਲ ਟੋਪੀਆਂ ਨਹੀਂ, ਤੇ ਫਿਰ ਤੇ ਠੰਡ ਸਾਨੂੰ ਲੱਗੇਗੀ। ਠੀਕ ਹੈ ਨਾ। ਅਸੀਂ ਉਸੇ ਮੁਆਸ਼ਰੇ 'ਚ ਮੂਵ ਕਰਾਂਗੇ ਜਿਹਦੇ 'ਚ ਪੂਰੀ ਦੁਨੀਆ ਨਾਉਮੀਦੀ ਦੀ ਧੁੰਦ ਦੇ ਵਿੱਚ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਦੀ ਹੈ। ਲੇਕਿਨ ਜਦੋਂ ਅਸੀਂ ਉਹਨਾਂ ਸੜਕਾਂ ਤੇ ਟੁਰਾਂਗੇ, ਅਸੀਂ ਉਸ ਮੁਆਸ਼ਰੇ ਦੇ ਵਿੱਚ ਮੂਵ ਕਰਾਂਗੇ ਤੇ ਅਸੀਂ ਨਾਉਮੀਦੀ ਨਹੀਂ ਫੈਲਾਵਾਂਗੇ ਕਿਉਂਕਿ ਅਸੀਂ ਖੁਦਾਵੰਦ ਦੇ ਮੰਨਣ ਵਾਲੇ ਹਾਂ, ਅਸੀਂ ਖੁਦਾਵੰਦ ਦੇ ਨਾਲ ਜੁੜੇ ਹੋਏ ਹਾਂ। ਸਾਡਾ ਰਵੱਈਆ ਕੁਛ ਹੋਰ ਹੈ ਕਿਉਂਕਿ ਸਾਡਾ ਤਾਲੁਕ ਉਸ ਖੁਦਾ ਨਾਲ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗਾਲਿਬਾਨ ਦੀ ਕੂਵਤ ਰੱਖਦਾ। ਕਈ ਵਾਰ ਗੁਨਾਹ ਸਾਨੂੰ ਮਾਯੂਸ ਕਰਦੇ ਨੇ, ਗੁਨਾਹ ਦੀ ਜ਼ਿੰਦਗੀ ਮਾਯੂਸ ਕਰਦੀ ਹੈ ਕਿ ਅਸੀਂ ਇੱਕ ਚੀਜ਼ ਤੋਂ ਤੰਗ ਆ। ਮੈਨੂੰ ਬਹੁਤ ਸਾਰੇ ਸ਼ਰਾਬੀਏ ਮਿਲੇ ਨੇ ਇੰਨੇ ਸਾਲਾਂ 'ਚ, ਭਾਈ ਸਾਹਿਬ ਦੁਆ ਕਰੋ ਅਸੀਂ ਸ਼ਰਾਬ ਛੱਡਣੀ। ਪਤਾ ਨਹੀਂ ਉਹ ਦਿਲੋਂ ਕਹਿੰਦੇ ਨੇ ਜਾਂ ਉੱਤੋਂ ਹੀ ਕਹਿੰਦੇ ਨੇ, ਲੇਕਿਨ ਉਹਨਾਂ ਦੀ ਛੁੱਟਦੀ ਨਹੀਂ। ਉਹ ਉਹਨਾਂ ਨੂੰ ਨਾਉਮੀਦ ਕਰ ਦਿੰਦੀ ਚੀਜ਼। ਅਸੀਂ ਦੁਨੀਆ ਦੇ ਰੱਦ ਕੀਤੇ ਲੋਕ ਹਾਂ। ਉਹ ਸ਼ਰਾਬ ਨਸ਼ਾ ਕਰਕੇ ਕਿਤੇ ਗਲੀ 'ਚ ਡਿੱਗ ਗਏ, ਉੱਥੋਂ 2 ਮੁੰਡੇ ਫੜ ਕੇ ਲਿਆ ਰਹੇ ਨੇ, ਪਤਾ ਹੀ ਕੋਈ ਨਹੀਂ ਕਿੱਥੇ ਡਿੱਗ ਗਏ, ਮੁੱਦੜੇ ਮੂੰਹ, ਕਿਸੇ ਮੋਟਰਸਾਈਕਲ 'ਚ ਵੱਜ ਗਏ, ਮੂੰਹ ਮੱਥਾ ਪਾੜ ਗਿਆ, ਨਸ਼ੇ ਦੀ ਹਾਲਤ 'ਚ ਘਰ ਆ ਰਹੇ, ਗਾਲਾਂ ਕੱਢ ਰਹੇ ਨੇ, ਕੋਈ ਉਹਨੂੰ ਪਸੰਦ ਨਹੀਂ ਕਰ ਰਿਹਾ, ਕੋਈ ਸਲਾਮ ਦੁਆ ਨਹੀਂ ਲੈ ਰਿਹਾ। ਇਹ ਚੀਜ਼ਾਂ ਸਾਨੂੰ ਮਾਯੂਸ ਕਰਦੀਆਂ ਨੇ, ਨਾਉਮੀਦ ਕਰਦੀਆਂ ਨੇ। ਲੇਕਿਨ ਇਸ ਮਾਯੂਸੀ ਨੂੰ ਖੁਸ਼ੀ ਔਰ ਸ਼ਾਦਮਾਨੀ 'ਚ ਸਿਰਫ ਔਰ ਸਿਰਫ ਖੁਦਾ ਬਦਲ ਸਕਦਾ। ਜਦੋਂ ਉਹੀ ਗੁਨਾਹ 'ਚ ਲਿਬੜਿਆ ਹੋਇਆ ਬੰਦਾ ਖੁਦਾਵੰਦ ਕੋਲ ਆ ਜਾਂਦਾ। ਕੈਵਨ ਕਿੱਥੇ ਗਿਆ? ਬਾਹਰ ਗਿਆ। ਅੱਛਾ, ਕੈਵਨ ਜਾਂ ਇਹਨਾਂ ਬੱਚਿਆਂ ਦੇ ਵਿੱਚੋਂ ਕੋਈ ਜਾਂ ਫਰਾਂਸਿਕਾ ਅਗਰ ਇਹ ਕੱਪੜੇ ਖਰਾਬ ਕਰ ਲਏ ਤੇ ਮਾਂ ਪਿਓ ਕੀ ਕਰਦੇ ਨੇ ਕਿ ਵੀ ਤੂੰ ਗੰਦਾ ਹੋ ਗਿਆ, ਭੱਜ ਜਾ ਇੱਥੋਂ, ਦੌੜ ਜਾ, ਹੁਣ ਨਾ ਘਰ ਵੜੀ ਕਦੀ। ਅਸੀਂ ਉਹਨੂੰ ਫੌਰਨ ਫੜਨੇ ਆ, ਅਸੀਂ ਉਹਨੂੰ ਸਾਫ਼ ਕਰਨੇ, ਅਸੀਂ ਉਹਨੂੰ ਨਵਾਨੇ ਧਵਾਨੇ ਆ, ਅਸੀਂ ਉਹਨੂੰ ਓਕੇ ਕਰਕੇ ਦੁਬਾਰਾ ਆਪਣੇ ਕੋਲ ਬਹਾ ਲੈਣੇ, ਬਲਕਿ ਉਹਨੂੰ ਆਪਣੀ ਗੋਦੀ 'ਚ ਬਹਾ ਲੈਣੇ ਆ, ਉਹਦੇ ਨਾਲ ਪਿਆਰ ਕਰਨੇ ਆ। ਖੁਦਾ ਵੀ ਬਿਲਕੁਲ ਇਸ ਤਰ੍ਹਾਂ ਹੀ ਕਰਦਾ। ਇੱਕ ਗੁਨਾਹਗਾਰ ਆਦਮੀ ਜਦੋਂ ਖੁਦਾਵੰਦ ਕੋਲ ਆਉਂਦਾ ਔਰ ਆਪਣੇ ਗੁਨਾਹਾਂ ਦਾ ਇਕਰਾਰ ਕਰਦਾ, ਉਹ ਇੱਕ ਮਿਹਰਬਾਨ ਬਾਪ ਹੋਣ ਦੀ ਹੈਸੀਅਤ ਨਾਲ ਸਾਨੂੰ ਲੈਂਦਾ, ਆਪਣੇ ਬੇਟੇ ਦੇ ਖੂਨ ਨਾਲ ਸਾਨੂੰ ਸਾਫ਼ ਕਰਦਾ, ਸਾਨੂੰ ਧੋਂਦਾ ਔਰ ਸਾਨੂੰ ਆਪਣੀ ਫੈਮਿਲੀ 'ਚ ਕਬੂਲ ਕਰ ਲੈਂਦਾ। ਕਿਆ ਹੈ ਕਿ ਬਹੁਤ ਵੱਡਾ ਇਜ਼ਾਜ਼ ਨਹੀਂ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਕਿ ਅਸੀਂ ਉਹਨੂੰ ਬਾਪ ਕਹਿ ਸਕਨੇ। ਦੁਨੀਆ ਨੂੰ ਖੁਦਾ ਕਹਿੰਦੀ, ਹੋਰ ਬਹੁਤ ਸੇ ਨਾਮਾਂ ਤੋਂ ਬੁਲਾਉਂਦੀ, ਲੇਕਿਨ ਮੇਰੇ ਕੋਲ ਇਜ਼ਾਜ਼ ਹਾਸਿਲ ਹੈ ਕਿ ਮੈਂ ਉਹਨੂੰ ਬਾਪ ਕਹਿਣਾ। ਆਮੀਨ। ਇਹ ਇਜ਼ਾਜ਼ ਉਹਨੇ ਤੁਹਾਨੂੰ ਵੀ ਦਿੱਤਾ, ਮਸੀਹ ਦੇ ਵਸੀਲੇ ਸਾਨੂੰ ਇਜ਼ਾਜ਼ ਮਿਲਿਆ। ਇਹਦੇ ਨਾਲੋਂ ਵੱਡਾ ਕਿਹੜਾ ਇਜ਼ਾਜ਼ ਹੈ? ਇਸ ਕਾਇਨਾਤ ਦਾ ਖਲਕ ਕਰਨ ਵਾਲਾ ਮੇਰਾ ਪਿਓ ਹੈ। ਉਹ ਇੱਕ ਬੜੀ ਅੱਛੀ, ਸਾਡਾ ਨੌਜਵਾਨ ਨੇ, ਉਹਨੇ ਇੱਕ ਬੜੀ ਅੱਛੀ ਮਿਸਾਲ ਦਿੱਤੀ ਕਿ ਇੱਕ ਬੱਚਾ ਬੰਦਰਗਾਹ ਤੇ ਖੜਾ ਸੀ ਤੇ ਜਹਾਜ਼ ਟੁਰ ਪਿਆ ਤੇ ਉਹ ਬੱਚਾ ਨੇ ਇੰਜ ਕਰਕੇ ਇਸ਼ਾਰਾ ਕਰ ਰਿਹਾ, ਜਹਾਜ਼ ਨੂੰ ਰੋਕ ਰਿਹਾ, ਵਾਪਸ ਬੁਲਾ ਰਿਹਾ। ਉਹ ਇੱਕ ਬੰਦਾ ਕੋਲ ਬੈਠਾ ਸੀ, ਉਹਨੇ ਕਿਹਾ ਬੇਟਾ ਇਹ ਜਹਾਜ਼ ਏ ਤੇ ਤੂੰ ਮਤਲਬ ਤੇਰੇ ਉਹ ਬੁਲਾਉਣ ਨਾਲ ਆਂਦਾ। ਉਹ ਤਾਂ ਨਿਕਲ ਗਿਆ। ਉਹ ਥੋੜੀ ਦੇਰ ਬਾਅਦ ਜਹਾਜ਼ ਪਰਤਿਆ ਤੇ ਵਾਪਸ ਆ ਗਿਆ। ਉਹ ਬੱਚਾ ਉਹਦੇ 'ਚ ਚੜ ਗਿਆ। ਉਹ ਬੰਦਾ ਜਿਹੜਾ ਸੀ ਉਹ ਪਿੱਛੇ ਹੀ ਖੜਾ ਸੀ। ਉਹ ਕਹਿੰਦਾ ਵੀ ਚੱਕਰ ਕੀ? ਉਹਨੇ ਕਿਹਾ ਜੀ ਇਹਦਾ ਜਿਹੜਾ ਜਹਾਜ਼ ਦਾ ਕਪਤਾਨ ਹੈ ਮੇਰਾ ਪਿਓ ਏ ਤੇ ਮੈਨੂੰ ਪਤਾ ਸੀ ਕਿ ਮੈਨੂੰ ਛੱਡਿਓ ਬਗੈਰ ਉਹ ਨਹੀਂ ਜਾ ਸਕਦਾ। ਤੇ ਪਿਓ ਦੇ ਤੇ ਬੱਚੇ ਦਾ ਤਾਂ ਤਾਲੁਕ ਹੈ। ਸਾਡੇ ਲਈ ਇਜ਼ਾਜ਼ ਆਵੇ ਕਿ ਖੁਦਾਵੰਦ ਸਾਡਾ ਅਸਮਾਨੀ ਬਾਪ ਹੈ ਤੇ ਖੁਦਾਵੰਦ ਦੀ ਜਿਹੜੀ ਸ਼ਾਦਮਾਨੀ ਉਹ ਸਾਡੀ ਪਨਾਹਗਾਹ ਹੈ। ਉਹ ਖੁਸ਼ੀ ਜਿਹੜੀ ਖੁਦਾ ਸਾਨੂੰ ਦਿੰਦਾ ਨਾ, ਉਹ ਦੁਨੀਆ ਨਹੀਂ ਦੇ ਸਕਦੀ। ਉਹ ਇਤਮੀਨਾਨ ਜਿਹੜਾ ਖੁਦਾ ਸਾਨੂੰ ਦਿੰਦਾ ਦੁਨੀਆ ਨਹੀਂ ਦੇ ਸਕਦੀ। ਯਿਸੂ ਮਸੀਹ ਨੇ ਕਿਹਾ ਮੈਂ ਆਪਣਾ ਇਤਮੀਨਾਨ ਤੁਹਾਨੂੰ ਦੇਣਾ। ਦੁਨੀਆ ਦਾ ਇਤਮੀਨਾਨ ਚੰਦ ਰੋਜ਼ ਹੈ,
ਦੁਨੀਆ ਸਾਨੂੰ ਖੁਸ਼ ਕਰਦੀ ਹੈ ਲੇਕਿਨ ਥੋੜੀ ਦੇਰ ਲਈ। ਕੋਈ ਫਿਲਮ ਵੇਖ ਲਓ, ਬੰਦਾ ਕਹਿੰਦਾ ਯਾਰ ਕੈਸੀ ਸਟੋਰੀ ਹੈ, ਥੋੜੀ ਦੇਰ ਬਾਅਦ ਫਿਰ ਆਵਾਜ਼ਾਰ ਹੁੰਦਾ ਕਿ ਯਾਰ ਮੈਂ 3 ਘੰਟੇ ਜ਼ਾਇਆ ਕਰ ਦੇਣ, ਇਹ ਤਾਂ ਸਭ ਕੁਝ ਧੋਖਾ ਸੀ। ਤੇ ਜਦੋਂ ਅਸੀਂ ਖੁਦਾਵੰਦ 'ਚ ਸ਼ਾਦਮਾਨੀ ਨੂੰ ਲੱਭਦੇ ਆ ਨਾ, ਫਿਰ ਹੀ ਜ਼ਿੰਦਗੀ 'ਚ ਮਜ਼ਾ ਆਉਂਦਾ, ਫਿਰ ਹੀ ਜ਼ਿੰਦਗੀ 'ਚ ਤਬਦੀਲੀ ਆਉਂਦੀ ਹੈ। ਤੇ ਖੁਦਾ ਇਹ ਚਾਹੁੰਦਾ ਅਸੀਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ, ਮੁਸੀਬਤਾਂ, ਟੈਨਸ਼ਨਾਂ ਨੂੰ ਉਹਦੇ ਕੋਲ ਲੈ ਕੇ ਆਈਏ, ਠੀਕ ਹੈ ਨਾ। ਔਰ ਹੰਨਾ ਦੇ ਤਾਲੁਕ ਨਾਲ ਲਿਖਿਆ ਕਿ ਹੰਨਾ ਬੇਔਲਾਦ ਸੀ, ਉਹਦੇ ਕੋਲ ਔਲਾਦ ਨਹੀਂ ਸੀ ਹੁੰਦੀ। ਇੱਕ ਦਿਨ ਉਹ ਹੈਕਲ 'ਚ ਗਈ, ਆਇਤ ਮੈਨੂੰ ਬਹੁਤ ਪਸੰਦ ਹੈ। ਹੈਕਲ 'ਚ ਗਈ ਔਰ ਉਹਨੇ ਖੁਦਾ ਦੇ ਹਜ਼ੂਰ ਖਾਮੋਸ਼ੀ 'ਚ ਰੋਣਾ ਸ਼ੁਰੂ ਕਰਤਾ। ਉਹ ਮੂੰਹ 'ਚ ਹੀ ਦੁਆ ਕਰ ਰਹੀ ਸੀ। ਏਲੀ ਕਾਹਨ ਪਿੱਛੇ ਬੈਠਾ ਸੀ, ਉਹਨੇ ਕਿਹਾ ਬਈ ਚਰਚ ਖਤਮ ਹੋ ਗਿਆ, ਲੋਕ ਚਲੇ ਗਏ ਨੇ, ਇਹ ਔਰਤ ਨਹੀਂ ਜਾਣ ਡਈ ਔਰ ਮੂੰਹ 'ਚ ਕੁਝ ਬੁੜਬੁੜਾ ਰਹੀ। ਉਹਨੇ ਉਹਨੂੰ ਕਿਹਾ ਕਿ ਪੁੱਤਰ ਤੂੰ ਕਿੰਨੀ ਕੁ ਦੇਰ ਤੱਕ ਨਸ਼ੇ 'ਚ ਰਹੇਂਗੀ। ਉਹਨੇ ਕਿਹਾ ਮਾਲਿਕ ਮੈਂ ਤੇ ਨਸ਼ੇ 'ਚ ਨਹੀਂ ਹਾਂ, ਮੈਂ ਤੇ ਆਪਣਾ ਦਿਲ ਖੁਦਾਵੰਦ ਦੇ ਹਜ਼ੂਰ ਡੇ ਲਿਆ, ਮੈਂ ਤੇ ਫਰਿਆਦ ਕਰ ਰਹੀ ਹਾਂ ਕਿ ਮੈਂ ਬੇਔਲਾਦ ਹਾਂ, ਖੁਦਾਵੰਦ ਮੈਨੂੰ ਔਲਾਦ ਦੇ। ਏਲੀ ਕਾਹਨ ਕਹਿੰਦਾ ਖੁਦਾ ਤੈਨੂੰ ਔਲਾਦ ਦੇਗਾ। ਔਰ ਉੱਥੇ ਲਿਖਿਆ ਕਿ ਫਿਰ ਉਹਦਾ ਚਿਹਰਾ ਉਦਾਸ ਨਾ ਰਿਹਾ। ਔਰ ਇੱਥੇ ਲਿਖਿਆ ਔਰ ਤੁਮ ਉਦਾਸ ਮਤ ਹੋ। ਅਸੀਂ ਕਦੋਂ ਖੁਸ਼ੀ ਪਾਉਂਦੇ ਹਾਂ, ਹਕੀਕੀ ਖੁਸ਼ੀ? ਜਦੋਂ ਅਸੀਂ ਆਪਣੀ ਉਦਾਸੀ, ਆਪਣਾ ਦੁੱਖ, ਆਪਣਾ ਕਰਬ, ਆਪਣੀ ਪਰੇਸ਼ਾਨੀ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਦੀ ਬਜਾਏ ਖੁਦਾਵੰਦ ਨੂੰ ਦੱਸਦੇ ਹਾਂ। ਕਈ ਵਾਰ ਮੀਆਂ ਬੀਵੀ ਇੱਕ ਦੂਸਰੇ ਦੇ ਉੱਤੇ ਬੜਾ ਭੜਕ ਪੈਂਦੇ ਨੇ, ਗੁੱਸੇ 'ਚ ਆ ਜਾਂਦੇ ਨੇ। ਬੀਵੀ ਕਹਿੰਦੀ ਤੂੰ ਮੇਰੇ ਲਈ ਕੀ ਕੀਤਾ, ਬੰਦਾ ਕਹਿੰਦਾ ਤੂੰ ਮੇਰੇ ਲਈ ਕੀ ਕੀਤਾ, ਹੈ ਨਾ। ਬੰਦਾ ਕਹਿੰਦਾ ਵੀ ਤੂੰ ਕੌਣ ਹੈ ਤੇ ਬੁੱਢੀ ਕਹਿੰਦੀ ਤੂੰ ਕੌਣ ਹੈ, ਗੁੱਸੇ 'ਚ ਆ ਜਾਂਦਾ। ਬੀਵੀ ਤਵੱਕੋ ਕਰ ਰਹੀ ਹੁੰਦੀ ਸ਼ੌਹਰ ਤੋਂ, ਬਹੁਤ ਜ਼ਿਆਦਾ ਤਵੱਕੋ ਕਰ ਰਹੀ ਹੁੰਦੀ। ਸ਼ੌਹਰ ਬੀਵੀ ਤੋਂ ਬਹੁਤ ਤਵੱਕੋ ਕਰ ਰਿਹਾ ਹੁੰਦਾ, ਲੇਕਿਨ ਉਹ ਦੋਵੇਂ ਹੀ ਗਲਤ ਕਰ ਰਹੇ ਹੁੰਦੇ। ਉਹਨਾਂ ਨੂੰ ਖੁਦਾਵੰਦ ਤੋਂ ਤਵੱਕੋ ਕਰਨੀ ਚਾਹੀਦੀ। ਜਦੋਂ ਉਹ ਖੁਦਾਵੰਦ ਤੋਂ ਤਵੱਕੋ ਕਰਨਗੇ ਤੇ ਉਹ ਇੱਕ ਦੂਸਰੇ ਦੀ ਤਵੱਕੋ ਤੇ ਪੂਰਾ ਉਤਰਨਗੇ। ਆਮੀਨ। ਖੁਦਾਵੰਦ ਦੀ ਜਿਹੜੀ ਸ਼ਾਦਮਾਨੀ ਹੈ ਜੀ, ਉਹ ਸਾਡੀ ਪਨਾਹਗਾਹ ਹੈ। ਜਦੋਂ ਕੋਈ ਬੱਚਾ ਭੱਜ ਕੇ ਆਪਣੇ ਪਿਓ ਦੇ ਸੀਨੇ ਲੱਗ ਜਾਂਦਾ ਨਾ, ਤੇ ਆਪਣੇ ਪਿਓ ਦੀਆਂ ਬਾਹਾਂ 'ਚ ਆ ਜਾਂਦਾ, ਫਿਰ ਉਹਨੂੰ ਖੌਫ ਕੋਈ ਨਹੀਂ ਹੁੰਦਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸਾਂ ਤੇ ਕਦੀ ਮੈਂ ਡਰ ਜਾਂਦਾ ਸਾਂ ਤੇ ਮੇਰੀ ਮਾਂ ਮੈਨੂੰ ਇੱਕਦਮ ਜੱਫਾ ਮਾਰ ਲੈਂਦੀ ਸੀ ਔਰ ਮੈਨੂੰ ਇੰਝ ਲੱਗਦਾ ਸੀ ਕਿ ਜਿਵੇਂ ਸਾਰੇ ਗਮ, ਸਾਰੇ ਦੁੱਖ ਦੂਰ ਹੋ ਗਏ ਨੇ। ਖੁਦਾ ਇਸ ਤਰ੍ਹਾਂ ਹੀ ਕਰਦਾ, ਉਹ ਆਪਣੇ ਦੁਖੀ ਬੱਚਿਆਂ ਨੂੰ ਆਪਣੇ ਗਲ ਨਾਲ ਲਾ ਲੈਂਦਾ, ਉਹਨਾਂ ਨੂੰ ਉਮੀਦ ਦਿੰਦਾ, ਉਹਨਾਂ ਨੂੰ ਜ਼ੋਰ ਦਿੰਦਾ, ਉਹਨਾਂ ਨੂੰ ਕੂਵਤ ਦਿੰਦਾ, ਉਹਨਾਂ ਨੂੰ ਖੁਸ਼ੀ ਔਰ ਸ਼ਾਦਮਾਨੀ ਨਾਲ ਭਰ ਦਿੰਦਾ। ਆਮੀਨ। ਤੇ ਕੁਲੀਆ ਇਹੋ ਹੀ ਹੈ ਖੁਸ਼ੀ ਪਾਉਣ ਦਾ, ਅਸੀਂ ਖੁਦਾਵੰਦ ਦੇ ਹਜ਼ੂਰ ਆਈਏ ਔਰ ਖੁਦਾਵੰਦ ਨਾਲ ਗੱਲ ਕਰੀਏ, ਖੁਦਾਵੰਦ ਨਾਲ ਆਪਣੇ ਦਿਲ ਦੀ ਗੱਲ ਕਰੀਏ। ਜਿਵੇਂ ਅਸੀਂ ਆਪਣੇ ਦੋਸਤਾਂ ਨਾਲ, ਬੜੇ ਅਜ਼ੀਜ਼ ਦੋਸਤਾਂ ਨਾਲ ਗੱਲ ਕਰਨੇ ਕਿ ਯਾਰ ਮੈਂ ਬੜਾ ਪਰੇਸ਼ਾਨ ਹਾਂ, ਮੈਨੂੰ ਮਸ਼ਵਰਾ ਦੇ। ਕਿਆ ਅਸੀਂ ਖੁਦਾ ਨਾਲ ਅੱਜ ਤੱਕ ਇੰਝ ਗੱਲ ਕੀਤੀ? ਅਸੀਂ ਤਾਂ ਕਹਿੰਦੇ ਆ ਖੁਦਾਵੰਦ ਤੇਰਾ ਸ਼ੁਕਰ ਹੋਏ, ਅੱਜ ਦਾ ਵੀ ਤੂੰ ਦਿਹਾੜਾ ਵਹਾਇਆ, ਹਾਲੇਲੂਇਆ, ਬਸ ਸਾਰਾ ਦਿਨ ਸਾਡੇ ਨਾਲ ਹੀ ਰਹੀ। ਆਮੀਨ। ਹਾਂਜੀ, ਫਰਜ਼ੀ ਦੁਆ, ਗੋਂਗਲੋਂ ਤੋਂ ਮਿੱਟੀ ਝਾੜਨੀ, ਤੁਹਾਡੇ ਇੱਥੇ ਕਹਿੰਦੇ ਨੇ ਮਿਸਾਲ ਬਣੀ। ਜਦ ਕਿ ਖੁਦਾ ਚਾਹੁੰਦਾ ਕਿ ਅਸੀਂ ਇੱਕ ਦੂਸਰੇ ਦੇ ਨਾਲ, ਜਿਹਦੇ ਨਾਲ ਸਾਨੂੰ ਪਿਆਰ ਹੁੰਦਾ, ਮੁਹੱਬਤ ਹੁੰਦਾ, ਅਸੀਂ ਦਿਲ ਕਰਦਾ ਬੰਦਾ ਸਾਡੇ ਘਰ ਹੀ ਰਹੇ, ਇਹ ਜਾਏ ਨਾ, ਤੇ ਬਸ ਅਸੀਂ ਇਹਦੇ ਨਾਲ ਗੱਲਾਂ ਕਰਦੇ ਰਹੀਏ, ਜਿਹਦੇ ਨਾਲ ਦਿਲ ਜੁੜਿਆ ਹੈ। ਤੇ ਜੇਕਰ ਸਾਡਾ ਖੁਦਾ ਨਾਲ ਦਿਲ ਨਹੀਂ ਜੁੜਿਆ ਤਾਂ ਅਸੀਂ ਇੰਝ ਦੀ ਹੀ ਦੁਆ ਕਰਨੀ। ਤੇ ਜੇ ਸਾਡਾ ਖੁਦਾ ਨਾਲ ਦਿਲ ਜੁੜਿਆ ਹੋਇਆ ਤਾਂ ਅਸੀਂ ਤਾਂ ਕਹਾਂਗਾ ਕਿ ਬਈ ਕੋਈ ਨਾ ਸਾਨੂੰ ਛੇੜੇ, ਕੋਈ ਨਾ ਰੋਕੇ। ਮੈਂ ਅਕਸਰ ਲੋਕਾਂ ਨੂੰ ਦੱਸਣਾ ਕਿ ਮੈਂ ਕਈ ਛੁੱਟੀਆਂ ਇਸ ਲਈ ਕੀਤੀਆਂ ਕਿ ਮੈਂ ਦੁਆ ਕਰਨੀ। ਮੈਂ ਆਪਣੇ ਮਾਲਕ ਨੂੰ ਇੱਕ ਦਿਨ ਕਿਹਾ ਕਿ ਸਰ ਜੀ ਮੈਂ ਕੱਲ ਨਹੀਂ ਆਉਣਾ, ਤੇ ਮੇਰਾ ਮਾਲਕ ਮੈਨੂੰ ਕਹਿੰਦਾ ਕਿ ਖੈਰੀਅਤ ਹੈ, ਕੱਲ ਕੋਈ ਫੌਤਗੀ ਵਗੈਰਾ ਹੋ ਗਈ? ਮੈਂ ਕਿਹਾ ਨਹੀਂ ਫੌਤਗੀ ਨਹੀਂ ਸਰ, ਕੱਲ ਮੈਂ ਰੋਜ਼ਾ ਰੱਖਣਾ, ਮੈਂ ਦੁਆ ਕਰਨੀ ਤੇ ਮੈਂ ਕਲਾਮ ਪੜ੍ਹਨਾ। ਕਹਿੰਦਾ ਵੈਰੀ ਗੁੱਡ ਯਾਰ, ਮੁਸਲਿਮ ਬੰਦਾ ਸੀ। ਕਹਿੰਦਾ ਵੈਰੀ ਗੁੱਡ ਯਾਰ, ਤੂੰ 2 ਛੁੱਟੀਆਂ ਕਰ, ਕਿਉਂਕਿ ਅੱਜ ਤੱਕ ਇਸ ਮਸਲੇ ਲਈ ਤਾਂ ਕਿਸੇ ਨੇ ਛੁੱਟੀ ਲਈ ਨਹੀਂ। ਹਰ ਬੰਦਾ ਕਹਿੰਦਾ ਮੇਰੀ ਫੁੱਫੀ ਮਰ ਗਈ, ਮੇਰੀ ਮਾਸੀ ਮਰ ਗਈ, ਇੰਝ ਹੋ ਗਿਆ, ਉਂਝ ਹੋ ਗਿਆ ਜੀ, ਫਲਾਣਾ ਹੋ ਗਿਆ ਜੀ, ਛੱਤ ਤੋਂ ਡਿੱਗ ਪਏ, ਇੰਝ ਹੋ ਗਿਆ। ਕੋਈ ਨਾ ਕੋਈ ਮਸਲਾ ਦੱਸ ਕੇ ਝੂਠ ਬੋਲ ਕੇ ਅਸੀਂ ਦਾਦੀਆਂ ਨੂੰ ਅਸੀਂ ਕੋਈ 7 ਵਾਰੀ ਮਿੱਟੀ 'ਚ ਪਾ ਦਿੱਤਾ ਔਰ ਦਾਦੀ ਭਾਵੇਂ ਫਿਰ ਵੀ ਜ਼ਿੰਦਾ ਹੀ ਹੋਏ, ਲੇਕਿਨ ਅਸੀਂ ਉਹਨੂੰ 7 ਵਾਰੀ ਮਾਰ ਚੁੱਕੇ ਹਾਂ। ਤੇ ਮੈਂ ਉਹਨੂੰ ਕਿਹਾ ਕਿ ਸਰ ਮੈਂ ਇਸ ਲਈ ਛੁੱਟੀ ਕਰਨੀ ਹੈ ਕਿ ਮੈਂ ਕੱਲ ਖੁਦਾ ਨਾਲ ਗੱਲ ਕਰਨਾ ਚਾਹੁੰਦਾ, ਮੇਰਾ ਦਿਲ ਕਰ ਰਿਹਾ ਕੱਲ ਮੈਂ ਸਾਰਾ ਦਿਨ ਖੁਦਾਵੰਦ ਨਾਲ ਗੁਜ਼ਾਰਾਂ। ਐਡਾ ਕਿ ਮੇਰੇ ਕੋਲ ਇੱਕ ਕਮਰਾ ਸੀ, ਉਹਦੇ 'ਚ ਮੈਂ ਰਹਿਣਾ ਸਾਂ। ਮਾਂ ਪਿਓ ਮੇਰੇ ਮਰ ਚੁੱਕੇ ਸਨ, ਸ਼ਾਦੀ ਮੇਰੀ ਹੋਈ ਨਹੀਂ ਸੀ ਹੋਈ, ਛੜਾ ਛਾਂਟ ਸਾਂ ਮੈਂ, ਤੇ ਮੈਂ ਸਾਰਾ ਦਿਨ ਰੋਜ਼ੇ 'ਚ ਬੈਠ ਕੇ ਦੁਆ ਕਰਦਾ ਰਿਹਾ, ਖੁਦਾ ਨਾਲ ਗੱਲਾਂ ਕਰਦਾ ਰਿਹਾ। ਔਰ ਤੁਸੀਂ ਯਕੀਨ ਮੰਨੋ ਕਿ ਉਹ ਐਸੀ ਖੁਸ਼ੀ ਸੀ ਜਿਹੜੀ ਸ਼ਾਇਦ ਕਿਸੇ ਬੰਦੇ ਨੂੰ ਅਮਰੀਕਾ ਜਾ ਕੇ ਜਹਾਜ਼ 'ਚ ਬਹਿ ਕੇ ਨਹੀਂ ਮਿਲ ਸਕਦੀ, ਹੈ ਨਾ। ਤੇ ਖੁਦਾਵੰਦ ਦੀ ਸ਼ਾਦਮਾਨੀ ਉਹ ਸ਼ਾਦਮਾਨੀ ਹੈ ਜਿਹੜੀ ਸਾਨੂੰ ਖੁਸ਼ ਰੱਖ ਸਕਦੀ। ਸਾਡੀ ਜੇਬ 'ਚ ਭਾਵੇਂ ਕਾਨਾ ਨਾ ਹੋਏ, ਲੇਕਿਨ ਅਸੀਂ ਹੱਸ ਰਹੇ ਹਾਂ। ਮੈਂ ਕਹਿਣਾ ਗੱਲ, ਤੁਹਾਡੀ ਜੇਬ 'ਚ ਅਗਰ ਡਾਲਰ ਨੇ ਨਾ, ਪੈਸੇ ਨੇ, ਤੇ ਖੁਸ਼ੀ ਤਾਂ ਤੁਹਾਡੀ ਨਿਕਲਣੀ। ਐਵੇਂ ਤੁਸੀਂ ਹੱਸਣਾ, ਲੋਕਾਂ ਨੂੰ ਛੇੜਨਾ, ਹਾਂ ਬਈ ਤੂੰ ਕੀ ਕਰ ਰਿਹਾ, ਪੈਸਾ ਜੋ ਜੇਬ 'ਚ ਹੈਗਾ। ਜਦੋਂ ਜੇਬ 'ਚ ਪੈਸਾ ਕੋਈ ਨਾ ਹੋਏ, ਘਰ 'ਚ ਸੌਦਾ ਕੋਈ ਨਾ ਹੋਏ, ਬਿਜਲੀ ਦਾ ਬਿੱਲ ਆਇਆ ਹੋਏ, ਹੈ ਜੀ, ਘਰ ਨੂੰ ਦੇਣ ਦਾ ਕਿਰਾਇਆ ਕੋਈ ਨਾ ਹੋਏ, ਫਿਰ ਖੁਸ਼ ਰਹੋ ਨਾ, ਮਜ਼ੇਦਾਰੀ। ਤੇ ਫਿਰ ਇਹ ਖੁਸ਼ੀ ਸਾਨੂੰ ਖੁਦਾ ਦੇ ਸਕਦਾ ਕਿ ਵੀ ਘਰ 'ਚ ਰੋਟੀ ਕੋਈ ਨਹੀਂ, ਦੇਣ ਨੂੰ ਕਿਰਾਇਆ ਕੋਈ ਨਹੀਂ, ਬਿੱਲ ਵੀ ਸਿਰ ਤੇ ਆਇਆ ਖੜਾ, ਬੱਚਿਆਂ ਦੀਆਂ ਫੀਸਾਂ ਵੀ ਨੇ, ਖੁਦਾਵੰਦ ਦੇਣ ਵਾਲਾ, ਖੁਦਾ ਕਰੇਗਾ। ਆਮੀਨ। ਇਹ ਸ਼ਾਦਮਾਨੀ ਹੈ ਕਿ ਕੋਈ ਗੱਲ ਨਹੀਂ, ਖੁਦਾਵੰਦ ਕਰਨ ਵਾਲਾ, ਅਸੀਂ ਕਾਹਦੀ ਫਿਕਰ ਕਰੀਏ। ਯਿਸੂ ਮਸੀਹ ਨੇ ਕਿਹਾ ਹਵਾ ਦੇ ਪਰਿੰਦਿਆਂ ਨੂੰ ਦੇਖੋ, ਨਾ ਬੋਂਦੇ ਨੇ, ਨਾ ਕੱਟਦੇ ਨੇ, ਨਾ ਉਹਨਾਂ ਦੇ ਖੱਤੇ ਨੇ, ਨਾ ਕੋਈ ਬੈਂਕ ਬੈਲੈਂਸ ਹੈ, ਤੋ ਵੀ ਤੁਹਾਡਾ ਅਸਮਾਨੀ ਬਾਪ ਉਹਨਾਂ ਨੂੰ ਖਵਾਉਂਦਾ। ਤੁਹਾਡੀ ਕਦਰ ਤੇ ਉਹਨਾਂ ਨਾਲੋਂ ਬਹੁਤ ਜ਼ਿਆਦਾ, ਤੁਹਾਨੂੰ ਕਿਉਂ ਨਾ ਖਵਾਏਗਾ। ਇਹ ਕੰਮ ਇਤਕਾ ਦੋ, ਤੁਮਕੋ ਕਿਉਂ ਨਾ ਖਿਲਾਏਗਾ। ਤੇ ਸਾਡੇ 'ਚ ਜਿਸ ਚੀਜ਼ ਦੀ ਕਮੀ ਹੈ, ਅਸੀਂ ਖੁਦਾ ਤੋਂ ਬਹੁਤ ਦੂਰ ਹਾਂ।
ਔਰ ਖੁਦਾਵੰਦ ਦੇ ਨਜ਼ਦੀਕ ਆਉਣ ਦਾ ਇੱਕੋ ਹੀ ਵਸੀਲਾ ਹੈ, ਉਹ ਮੇਰਾ ਤੁਹਾਡਾ ਯਿਸੂ ਹੈ। ਜਦੋਂ ਅਸੀਂ ਯਿਸੂ ਤੇ ਮੰਨ ਲੈਂਦੇ ਹਾਂ, ਉਹਨੂੰ ਆਪਣੀ ਜ਼ਿੰਦਗੀ ਦੇ ਦਿੰਦੇ ਹਾਂ, ਉਹਦੇ ਖੂਨ ਨਾਲ, ਉਹਦੇ ਲਹੂ ਨਾਲ ਆਪਣੇ ਆਪ ਨੂੰ ਧੋ ਲੈਂਦੇ ਹਾਂ, ਤਾਂ ਅਸੀਂ ਇਸ ਕਾਬਿਲ ਹੋ ਜਾਂਦੇ ਹਾਂ ਕਿ ਅਸੀਂ ਖੁਦਾ ਦੀ ਹਜ਼ੂਰੀ 'ਚ ਜਾ ਸਕੀਏ। ਔਰ ਇਹ ਸਭ ਕੁਛ ਮੁਫਤ ਹੈ ਤੇ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੀ ਉਦਾਸੀ ਮੁਕਾਈਏ, ਅਸੀਂ ਆਪਣੀ ਜ਼ਿੰਦਗੀ ਦੀਆਂ ਟੈਨਸ਼ਨਾਂ ਮੁਕਾਈਏ। ਇੱਕ ਦੂਜੇ ਨੂੰ ਬੁਰਾ ਭਲਾ ਕਹਿਣ ਨਾਲੋਂ ਬਿਹਤਰ ਹੈ ਅਸੀਂ ਆਪਣੀ ਮੁਸ਼ਕਲ ਖੁਦਾ ਨੂੰ ਦੱਸੀਏ ਔਰ ਅਸੀਂ ਇੱਕ ਦੂਸਰੇ ਨੂੰ ਅਮੀਰ ਬਣਾਈਏ। ਅੱਜ ਅਸੀਂ ਇੱਕ ਦੂਜੇ ਨੂੰ ਗਰੀਬ ਬਣਾ ਰਹੇ ਹਾਂ, ਅਸੀਂ ਕਹਿੰਦੇ ਆ ਵੀ ਤੂੰ ਕਦੀ ਨਹੀਂ ਕਰ ਸਕਦਾ, 20 ਸਾਲ ਦੇ ਮੈਨੂੰ ਵੀ ਵਿਆਹ ਹੋ ਗਏ ਤੇਰੇ ਘਰ ਆਈ, ਤੂੰ ਕੁਝ ਨਹੀਂ ਕਰ ਸਕਦਾ, ਤੂੰ ਬਸ ਗੱਲਾਂ ਹੀ ਕਰ ਸਕਦਾ। ਉਹ ਕਹਿੰਦਾ ਤੈਨੂੰ ਵੀ ਮੈਂ ਜਾਣਨਾ ਤੇ ਤੇਰੇ ਪਿਛਲਿਆਂ ਨੂੰ ਵੀ ਮੈਂ ਜਾਣਨਾ। ਇੰਝ ਹੀ ਸਾਰੀ ਉਮਰ ਅਸੀਂ ਕੱਢ ਦਿੱਤੀ। ਕਿੰਨੇ ਸਾਲ ਹੋ ਗਏ ਜੀ? 30 ਸਾਲ ਹੋ ਗਏ ਸੀ ਵਿਆਹ ਨੂੰ, ਖਟਿਆ ਕੀ ਕੁਝ ਨਹੀਂ। 4 ਬਾਲ, ਉਹ ਵੀ ਮਾਂ ਪਿਓ ਦੀ ਡੇਲੀ ਲੜਾਈ ਸੁਣ ਰਹੇ ਨੇ, ਉਹ ਵੀ ਮਾਂ ਪਿਓ ਦੀ ਗੱਲ ਨਹੀਂ ਮੰਨਦੇ। ਇਹਦਾ ਮਤਲਬ ਇਹ ਖਾਨਦਾਨ ਦੇ ਖਿਸਾਰੇ ਚਲਾ ਗਿਆ। ਮੀਆਂ ਬੀਵੀ ਦੀ ਵੀ ਆਪਸ 'ਚ ਨਹੀਂ ਬਣੀ, ਬੱਚਿਆਂ ਦੀ ਵੀ ਨਹੀਂ ਕੋਈ ਸੋਰ ਹੈਗੀ ਆਪਸ 'ਚ, ਨਾ ਉਹਨਾਂ ਦੀ ਮਾਂ ਪਿਓ ਨਾਲ ਨਾ ਆਪਸ 'ਚ ਉਹਨਾਂ ਦੀ ਕੋਈ ਸੋਰ ਹੈ। ਇਹਦਾ ਮਤਲਬ ਇਹ ਅਸੀਂ ਇੱਕ ਐਸਾ ਡੰਗਰਾਂ ਦਾ ਖਾਨਦਾਨ ਬਣਾਇਆ ਜਿਨ੍ਹਾਂ ਦਾ ਕੋਈ ਮੂੰਹ ਸੇਰੀ ਨਹੀਂ ਹੈ ਨਾ, ਕੋਈ ਡਿਸਿਪਲਿਨ ਨਹੀਂ, ਕੋਈ ਅਤਾ ਪਤਾ ਨਹੀਂ। ਜਦੋਂ ਮੀਆਂ ਬੀਵੀ ਆਪਸ 'ਚ ਸਾਰਾ ਦਿਨ ਲੜਦੇ ਰਹਿਣਗੇ ਤੇ ਬੱਚੇ ਉਹਦੇ ਤੋਂ ਸਿੱਖਣਗੇ ਕੀ? ਇਸ ਲਈ ਜ਼ਰੂਰੀ ਹੈ ਅਸੀਂ ਆਪਣੇ ਮੂੰਹ ਨੂੰ ਥੋੜੀ ਦੇਰ ਬੰਦ ਰੱਖੀਏ। ਬੇਚੱਜੀ ਗੱਲ ਕਹਿਣ ਨਾਲੋਂ, ਬੇਤੁਕੀ ਗੱਲ ਕਹਿਣ ਨਾਲੋਂ ਬਿਹਤਰ ਹੈ ਕਿ ਮੂੰਹ ਬੰਦ ਹੀ ਰਹੇ, ਤੇ ਉਹਦੇ ਨਾਲ ਫਾਇਦਾ ਹੋ ਜਾਏਗਾ। ਪੁੱਠੀ ਗੱਲ ਮੂੰਹ ਕੱਢ ਦਾਂਗੇ ਤੇ ਉਹਦਾ ਨੁਕਸਾਨ ਹੀ ਹੋਏਗਾ। ਸਾਡੀ ਜ਼ਿੰਦਗੀ 'ਚ ਉਦਾਸੀ ਹੈ ਇਸ ਲਈ ਕਿ ਅਸੀਂ ਖੁਦਾ ਤੋਂ ਬਹੁਤ ਦੂਰ ਹਾਂ, ਲੇਕਿਨ ਅਗਰ ਸਾਡੀ ਜ਼ਿੰਦਗੀ 'ਚ ਖੁਸ਼ੀ ਔਰ ਸ਼ਾਦਮਾਨੀ ਹੈ ਤਾਂ ਸਿਰਫ ਖੁਦਾਵੰਦ ਦੀ ਵਜ੍ਹਾ ਤੋਂ ਆ ਸਕਦੀ ਹੈ। ਤੇ ਮੈਂ ਚਾਹਾਂਗਾ ਕਿ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹੋਏ ਕੁਝ ਦੇਰ ਲਈ ਆਪਣੀ ਜ਼ਿੰਦਗੀ ਦੇ ਬਾਰੇ ਸੋਚੀਏ। ਅਸੀਂ ਕਿੱਥੇ ਖਲੋਤੇ ਹਾਂ, ਅਸੀਂ ਹੁਣ ਤੱਕ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਿਆ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਬਾਰੇ ਸੋਚੀਏ। ਅੱਜ ਸਾਡੇ ਕੋਲ ਮੌਕਾ ਹੈ ਕਿ ਅਸੀਂ ਖੁਦਾਵੰਦ ਨੂੰ ਕਹੀਏ ਕਿ ਖੁਦਾਵੰਦ ਸਾਨੂੰ ਬਰਕਤ ਦੇ। ਔਰ ਸਭ ਨਾਲੋਂ ਵੱਡੀ ਬਰਕਤ ਹੈ ਕਿ ਅਸੀਂ ਆਪਣੇ ਗੁਨਾਹਾਂ ਤੋਂ ਆਜ਼ਾਦ ਹੋ ਜਾਈਏ, ਮਸੀਹ ਯਿਸੂ ਦੇ ਖੂਨ ਨਾਲ ਆਪਣੇ ਆਪ ਨੂੰ ਧੋ ਲਈਏ।